ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM ਤੇ ਮੈਂ ਤੁਹਾਡੀ ਦੋਸਤ ਜੈਸਮਿਨ। ਪ੍ਰੋਗਰਾਮ ਨੋਟਬੁੱਕ ਤੇ ਅੱਜ ਦਾ ਵਕਫਾ, ਇੱਕ ਕਹਾਣੀ ਜੋ ਅੱਧੀ ਰਹਿ ਗਈ। ਹਾਲੇ ਏਅਰਪੋਰਟ ਤੇ ਤੋਂ ਉਤਰ ਕੇ ਫੋਨ ਔਨ ਹੀ ਕੀਤਾ ਸੀ ਕਿ ਦੇਖਿਆ ਆਫਿਸ ਤੋਂ ਇੱਕ ਟੈਕਸਟ ਆਇਆ ਹੋਇਆ ਸੀ। ਚੈੱਕ ਕੀਤਾ, ਜਿਸ ਹੋਟਲ ਵਿੱਚ ਅਕੋਮੋਡੇਸ਼ਨ ਸੀ, ਇੱਕ ਸਿਸਟਮ ਐਰਰ ਦੀ ਵਜ੍ਹਾ ਕਰਕੇ ਡੇਟਸ ਸ਼ਾਇਦ ਅੱਗੇ ਪਿੱਛੇ ਹੋ ਗਈਆਂ। ਆਫਿਸ 'ਚ ਫੋਨ ਕੀਤਾ, ਉਹਨਾਂ ਨੇ ਦੱਸਿਆ ਕਿ ਹੋਟਲ ਤਾਂ ਉਹਨਾਂ ਨੇ ਫਿਰ ਬੁੱਕ ਕਰ ਦਿੱਤਾ ਹੈ, ਪਰ ਪਿਕਅਪ ਦਾ ਅਰੇਂਜਮੈਂਟ ਨਹੀਂ ਹੋ ਪਾਇਆ। ਸੋ ਸਾਨੂੰ ਹੁਣ ਕੈਬ ਕਰਕੇ ਜਾਣਾ ਪੈਣਾ ਸੀ। ਸਾਨੂੰ ਮਤਲਬ ਮੈਂ ਤੇ ਮੇਰਾ ਅਸਿਸਟੈਂਟ ਜੌਨ। ਮੈਂ ਆਪਣੀ ਕੰਪਨੀ ਦੀ BDO ਯਾਨੀ ਕਿ ਬਿਜ਼ਨਸ ਡਿਵੈਲਪਮੈਂਟ ਮੈਨੇਜਰ, ਤੇ ਮੇਰਾ ਅਸਿਸਟੈਂਟ ਜੌਨ। ਅਸੀਂ ਇਸ ਸ਼ਹਿਰ ਵਿੱਚ ਇੱਕ ਇੰਪੋਰਟੈਂਟ ਬਿਜ਼ਨਸ ਕਾਨਫਰੰਸ ਲਈ ਆਏ ਹੋਏ ਹਾਂ। ਜੌਨ ਨੇ ਹੌਲੀ ਜਿਹੀ ਪੁੱਛਿਆ, Should I call the cab? Let's go outside. There would be a cab. ਮੈਂ ਜਵਾਬ ਦਿੱਤਾ। ਜੌਨ ਨੂੰ ਲੱਗਿਆ ਕਿ ਮੈਂ ਥੋੜਾ ਫਰਸਟ੍ਰੇਟ ਹੋ ਗਈ ਹਾਂ ਤੇ ਥੋੜੀ ਟਾਇਰਡ ਵੀ। Do you need a coffee? Nah, I'm fine. Are you sure? Yes. ਤੇ ਅਸੀਂ ਬਾਹਰ ਆ ਗਏ। ਉੱਥੇ ਬਹੁਤ ਸਾਰੀਆਂ ਟੈਕਸੀਆਂ ਲਾਈਨ ਵਿੱਚ ਖੜੀਆਂ ਸਨ ਤੇ ਸਾਨੂੰ ਦੇਖ ਕੇ ਪਹਿਲੀ ਟੈਕਸੀ ਆ ਗਈ। ਜੌਨ ਨੇ ਮੇਰੇ ਲਈ ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਮੈਂ ਥੈਂਕ ਯੂ ਕਹਿ ਕੇ ਬੈਠ ਗਈ ਤੇ ਉਹ ਆਪ ਅੱਗੇ ਬੈਠ ਗਿਆ। ਡਰਾਈਵਰ ਨੂੰ ਹੋਟਲ ਚੱਲਣ ਲਈ ਕਿਹਾ। ਮੈਨੂੰ ਪਤਾ ਨਹੀਂ ਕਿਉਂ ਜਾਪਿਆ ਜਿਵੇਂ ਡਰਾਈਵਰ ਨੇ ਪਿੱਛੇ ਮੁੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਮੈਂ ਗੌਰ ਨਹੀਂ ਕੀਤਾ। ਸੋਚਿਆ ਸ਼ਾਇਦ ਪੰਜਾਬੀ ਹੋਣ ਦਾ ਕਰਕੇ ਉਸ ਦਾ ਧਿਆਨ ਮੇਰੇ ਵੱਲ ਚਲਿਆ ਗਿਆ ਹੋਵੇਗਾ, ਪਰ ਫਿਰ ਵੀ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਹਨੇਰਾ ਹੋਣ ਦਾ ਕਰਕੇ ਕੁਝ ਵੀ ਸਾਫ਼ ਨਹੀਂ ਸੀ ਦਿਖ ਰਿਹਾ ਤੇ ਮੈਂ ਬਾਹਰ ਦੇਖਣ ਲੱਗੀ। ਸਿਟੀ ਲਾਈਟਸ, ਵੱਡੀਆਂ ਵੱਡੀਆਂ ਬਿਲਡਿੰਗਸ, ਸਿਟੀ ਦਾ ਰਸ਼। ਅਚਾਨਕ ਮੇਰੀ ਨਜ਼ਰ ਅਗਲੇ ਮਿਰਰ ਤੇ ਪਈ। ਉਹ ਨਜ਼ਰਾਂ ਮੈਨੂੰ ਦੇਖ ਰਹੀਆਂ ਸਨ। ਟੈਕਸੀ ਚਲਾਉਣ ਵਾਲੇ ਇਨਸਾਨ ਦੀਆਂ ਨਜ਼ਰਾਂ। ਉਸ ਦੀਆਂ ਨਜ਼ਰਾਂ ਮੇਰੀਆਂ ਨਜ਼ਰਾਂ ਨਾਲ ਮਿਲੀਆਂ। ਇੱਕ ਪਲ ਲਈ ਲੱਗਿਆ ਜਿਵੇਂ ਮੇਰਾ ਸਾਰਾ ਸਰੀਰ ਸੁੰਨ ਪੈ ਗਿਆ ਹੋਵੇ। ਲੱਗਿਆ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਸਰੀਰ ਚੋਂ, ਜਿਵੇਂ ਕਿਸੇ ਨੇ ਡੂੰਘੇ ਜ਼ਖਮ ਤੇ ਨਮਕ ਛਿੜਕ ਦਿੱਤਾ ਹੋਵੇ, ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਹੋਵੇ ਤੇ ਉਹ ਦਰਦ ਮੇਰੀਆਂ ਅੱਖਾਂ 'ਚ ਪਾਣੀ ਬਣ ਕੇ ਆ ਟਪਕਿਆ। ਸਰ, are you going for vacation or are you here for vacation? ਉਸਨੇ ਜੌਨ ਨੂੰ ਪੁੱਛਿਆ ਤੇ ਨਾਲ ਹੀ ਮੇਰੇ ਵੱਲ ਸ਼ੀਸ਼ੇ 'ਚੋਂ ਦੇਖਿਆ ਤੇ ਇੱਕ ਪਲ ਲਈ ਉਹ ਮੇਰਾ ਦਰਦ ਫਿਰ ਗੁੱਸੇ ਦਾ ਰੂਪ ਲੈ ਗਿਆ ਕਿ ਤੂੰ ਅੱਜ ਇੰਨੇ ਸਾਲਾਂ ਬਾਅਦ ਵੀ ਨਹੀਂ ਬਦਲਿਆ। No man, we are here for business conference. Okay, ਕਹਿ ਕੇ ਉਹ ਚੁੱਪ ਕਰ ਗਿਆ। ਸ਼ਾਇਦ ਉਸਨੂੰ ਤਸੱਲੀ ਹੋ ਗਈ ਹੋਵੇਗੀ। Are you from India? ਜੌਨ ਨੇ ਉਸਨੂੰ ਪੁੱਛਿਆ। ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ। Oh, my boss is also from India. ਤੇ ਜੌਨ ਨੇ ਨਾਲ ਹੀ ਮੇਰੇ ਵੱਲ ਇਸ਼ਾਰਾ ਕੀਤਾ। ਜੌਨ ਨੇ ਇੰਨੀ ਗੱਲ ਕਹੀ ਤਾਂ ਮੈਂ ਰਿਲੈਕਸ ਫੀਲ ਕੀਤਾ, ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਉਹ ਕੁਝ ਗਲਤ ਸੋਚੇ। ਹਾਂ, ਅੱਜ ਇੰਨੇ ਸਾਲਾਂ ਬਾਅਦ ਵੀ ਮੈਨੂੰ ਪਰਵਾਹ ਹੈ ਕਿ ਤੂੰ ਕੁਝ ਗਲਤ ਨਾ ਸੋਚੇ। ਮੈਂ ਮੰਨਦੀ ਹਾਂ ਕਿ ਸ਼ਾਇਦ ਮੈਂ ਕਿਤੇ ਨਾ ਕਿਤੇ ਤੇਰੇ ਨਾਲ ਬਹੁਤ ਧੱਕਾ ਕੀਤਾ ਹੋਵੇਗਾ ਜ਼ਿੰਦਗੀ 'ਚ, ਪਰ ਤੂੰ ਵੀ ਤਾਂ ਕੋਈ ਕੋਸ਼ਿਸ਼ ਨਹੀਂ ਸੀ ਕੀਤੀ ਆਪਣੇ ਰਿਸ਼ਤੇ ਨੂੰ ਬਚਾਉਣ ਦੀ। ਮੈਨੂੰ ਮੌਕਾ ਵੀ ਨਹੀਂ ਸੀ ਦਿੱਤਾ ਆਪਣੀ ਸਫਾਈ ਦੇਣ ਦਾ, ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰਨ ਦਾ।
ਮੈਂ ਇਹ ਵੀ ਮੰਨਦੀ ਹਾਂ ਕਿ ਮੇਰੇ ਸੁਪਨੇ, ਮੇਰੀਆਂ ਖੁਆਇਸ਼ਾਂ ਸ਼ਾਇਦ ਬਹੁਤ ਵੱਡੀਆਂ ਸਨ, ਪਰ ਏਡੀਆਂ ਵੱਡੀਆਂ ਵੀ ਨਹੀਂ ਸਨ ਕਿ ਤੂੰ ਮੇਰੇ ਤੋਂ ਦੂਰ ਚਲਾ ਜਾਵੇਂ। ਮੇਰੇ ਸਾਰੇ ਸੁਪਨੇ ਸਿਰਫ ਤੇਰੇ ਨਾਲ ਹੀ ਤਾਂ ਸਨ। ਹਾਂ, ਮੈਂ ਕੰਮ ਕਰਨਾ ਚਾਹੁੰਦੀ ਸੀ, ਵਧੀਆ ਪੋਸਟ ਤੇ ਰਿਸਪੈਕਟੇਬਲ ਵਰਕ। ਮੈਂ ਕਾਰਪੋਰੇਟ ਵਰਲਡ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦੀ ਸੀ, ਪਰ ਤੂੰ ਸਿਰਫ ਇੱਕ ਸ਼ਾਂਤ ਇਕੱਲੇਪਨ ਵਾਲੀ ਜ਼ਿੰਦਗੀ ਜੀਣਾ ਚਾਹੁੰਦਾ ਸੀ। ਮੈਨੂੰ ਬਾਹਰ ਘੁੰਮਣਾ ਪਸੰਦ ਸੀ ਤੇ ਤੈਨੂੰ ਘਰ ਬੈਠਣਾ। ਮੈਂ ਸਟ੍ਰੈਸ ਨੂੰ ਦੂਰ ਕਰਨ ਲਈ ਕਿਸੇ ਰਸ਼ ਵਾਲੀ ਜਗ੍ਹਾ ਤੇ ਜਾਣਾ ਚਾਹੁੰਦੀ ਸੀ ਤੇ ਤੂੰ ਮੈਡੀਟੇਟ ਕਰਕੇ ਸਟ੍ਰੈਸ ਦੂਰ ਕਰਨਾ ਚਾਹੁੰਦਾ ਸਾਂ। ਮੈਂ ਆਜ਼ਾਦ ਪਰਿੰਦੇ ਵਾਂਗ ਉੱਡਣਾ ਚਾਹੁੰਦੀ ਸੀ ਤੇ ਤੂੰ ਮੈਨੂੰ ਮੈਨਾ ਵਾਂਗ ਪਿੰਜਰੇ 'ਚ ਕੈਦ ਕਰਕੇ ਰੱਖਣਾ ਚਾਹੁੰਦਾ ਸੀ। ਵਿਆਹ ਤੋਂ ਬਾਅਦ ਤੂੰ ਯਾਦ ਕਰ ਕਿ ਅਸੀਂ ਕਿਸੇ ਇੱਕ ਦਿਨ ਵੀ ਕਿਤੇ ਬਾਹਰ ਗਏ ਹੋਈਏ ਇਕੱਠੇ। ਕਿੰਨੇ ਚਾਅ ਹੁੰਦੇ ਨੇ ਨਵੇਂ ਵਿਆਹ ਦੇ, ਪਰ ਤੂੰ ਕੋਈ ਪੂਰਾ ਨਾ ਕੀਤਾ। ਮੈਂ ਆਪਣੇ ਬਚਪਨ ਦਾ ਖੁਆਬ, ਆਪਣੇ ਕੈਰੀਅਰ ਦਾ ਖੁਆਬ ਤੇਰੇ ਲਈ ਛੱਡ ਦਿੱਤਾ ਤੇ ਤੇਰੇ ਅਕੋਰਡਿੰਗ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ। ਹਾਂ, ਲੜਦੀ ਤਾਂ ਜ਼ਰੂਰ ਸੀ ਤੇਰੇ ਨਾਲ, ਪਰ ਤੈਨੂੰ ਛੱਡਣ ਦਾ ਖਿਆਲ ਕਦੀ ਵੀ ਨਹੀਂ ਸੀ ਆਇਆ। ਲੱਗਦਾ ਸੀ ਉਹ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ ਜਦੋਂ ਤੈਨੂੰ ਛੱਡਾਂਗੀ। ਕਈ ਵਾਰ ਤੂੰ ਤਾਂ ਇੰਨਾ ਗੁੱਸੇ ਵਿੱਚ ਆ ਜਾਂਦਾ, ਇੰਨਾ ਵਾਈਲਡ ਹੋ ਜਾਂਦਾ, ਗੁੱਸੇ ਵਿੱਚ ਤੇਰਾ ਦਿਮਾਗ ਕੰਮ ਕਰਨਾ ਬੰਦ ਹੋ ਜਾਂਦਾ ਤੇ ਤੂੰ ਮੇਰੇ ਤੇ ਹੱਥ ਵੀ ਚੁੱਕ ਲੈਂਦਾ। ਪਰ ਫਿਰ ਸ਼ਾਇਦ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਤੇ ਤੂੰ ਮੈਨੂੰ ਦੁੱਗਣਾ ਪਿਆਰ ਕਰਦਾ, ਬੱਚਿਆਂ ਵਾਂਗ। ਪਰ ਮੈਂ ਆਪਣੇ ਸੁਪਨਿਆਂ ਨੂੰ ਦਬਾ ਕੇ ਜੀ ਰਹੀ ਸੀ, ਅੰਦਰ ਹੀ ਅੰਦਰ ਕੁੱਟਦੀ ਜਾ ਰਹੀ ਸੀ। ਲੱਗਦਾ ਸੀ ਕਿ ਖਤਮ ਹੋ ਜਾਵਾਂਗੀ ਤੇ ਮੈਨੂੰ ਡਿਪਰੈਸ਼ਨ ਨੇ ਆ ਘੇਰ ਲਿਆ। ਮੈਨੂੰ ਡਾਕਟਰ ਨੇ ਜਦੋਂ ਡਿਪਰੈਸ਼ਨ ਦੀ ਮੈਡੀਸਨ ਦਿੱਤੀ ਸੀ ਤੇ ਤੂੰ ਕਿੰਨਾ ਰੋਇਆ ਸੀ। ਮੈਂ ਤੈਨੂੰ ਪਹਿਲੀ ਵਾਰ ਇੰਨਾ ਰੋਂਦਿਆਂ ਦੇਖਿਆ ਸੀ। ਤੂੰ ਮੇਰੀ ਕਿੰਨੀ ਪਰਵਾਹ ਕੀਤੀ ਸੀ। ਮੇਰੇ ਕੈਰੀਅਰ ਨੂੰ ਚੂਜ਼ ਕਰਨ ਵਿੱਚ, ਡਿਵੈਲਪ ਕਰਨ ਵਿੱਚ ਤੂੰ ਕਿੰਨੀ ਹੈਲਪ ਕੀਤੀ, ਸਪੋਰਟ ਕੀਤਾ। ਤੇ ਉਦੋਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਹੁਣ ਸਭ ਕੁਝ ਠੀਕ ਹੋ ਗਿਆ। ਪਰ ਫਿਰ ਪਤਾ ਨਹੀਂ ਅਚਾਨਕ ਤੈਨੂੰ ਕੀ ਹੋਣਾ ਸ਼ੁਰੂ ਹੋ ਗਿਆ। ਫਿਰ ਉਹੀ ਲੜਾਈ ਝਗੜੇ। ਮੈਂ ਹੌਲੀ ਆਪਣੇ ਕੈਰੀਅਰ ਵਿੱਚ ਅੱਗੇ ਵਧ ਰਹੀ ਸੀ। ਘਰ ਵਿੱਚ ਲੜਾਈ ਝਗੜੇ ਵੀ ਵੱਧਦੇ ਜਾ ਰਹੇ ਸਨ। ਸ਼ਾਇਦ ਤੇਰੀ ਈਗੋ ਤੈਨੂੰ ਹਰਟ ਕਰਨ ਲੱਗ ਪਈ ਸੀ। ਪਰ ਫਿਰ ਇੱਕ ਦਿਨ ਘਰ ਵਿੱਚ ਖੁਸ਼ੀ ਆਈ। ਸਾਡੇ ਘਰ ਵਿੱਚ ਨੰਨਾ ਮਹਿਮਾਨ ਆਉਣ ਵਾਲਾ ਸੀ। ਇਸ ਖੁਸ਼ੀ ਨੇ ਸਾਡੇ ਸਾਰੇ ਝਗੜੇ ਖਤਮ ਕਰ ਦਿੱਤੇ। ਹੁਣ ਲੱਗਾ ਕਿ ਬਸ ਹੁਣ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਜਾਏਗੀ। ਅਸੀਂ ਕਿੰਨੇ ਸੁਪਨੇ ਦੇਖੇ ਇਕੱਠਿਆਂ ਨੇ, ਕਿੰਨੀ ਸ਼ਾਪਿੰਗ ਕੀਤੀ ਸੀ ਬੱਚੇ ਲਈ ਤੇ ਘਰ ਲਈ। ਨਿੱਕੀ ਤੋਂ ਨਿੱਕੀ ਚੀਜ਼ ਇਕੱਠਿਆਂ ਨੇ ਚੂਜ਼ ਕੀਤੀ। ਅਸੀਂ ਕਿੰਨੇ ਖੁਸ਼ ਸੀ। ਖੁਸ਼ੀਆਂ ਵਿੱਚ ਦਿਨ ਕਿਵੇਂ ਨਿਕਲ ਰਹੇ ਸਨ ਪਤਾ ਹੀ ਨਹੀਂ ਚੱਲ ਰਿਹਾ ਸੀ। ਮੈਨੂੰ 7ਵਾਂ ਮਹੀਨਾ ਲੱਗ ਚੁੱਕਿਆ ਸੀ। ਤੂੰ ਮੈਨੂੰ ਆਫਿਸ ਤੋਂ ਛੁੱਟੀ ਲੈਣ ਲਈ ਆਖਿਆ, ਪਰ ਮੇਰੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਬਿਜ਼ਨਸ ਡੀਲ ਸਨ ਤੇ ਇਸ ਵਕਤ ਮੇਰੇ ਲਈ ਹਾਲੇ ਛੁੱਟੀਆਂ ਲੈਣਾ ਇੰਪੋਸੀਬਲ ਸੀ। ਹਾਲੇ ਮੇਰੀ ਵੈਸੇ ਵੀ ਨਵੀਂ ਪ੍ਰਮੋਸ਼ਨ ਹੋਈ ਸੀ ਤੇ 15 ਦਿਨ ਘਰ ਵਿੱਚ ਬਹੁਤ ਲੜਾਈ ਹੋਈ। ਸ਼ਾਇਦ ਕਿਤੇ ਨਾ ਕਿਤੇ ਤੂੰ ਵੀ ਆਪਣੀ ਈਗੋ ਤੇ ਅੜ ਗਿਆ ਤੇ ਮੈਂ ਵੀ, ਤੇ ਗੁੱਸੇ 'ਚ ਆ ਕੇ ਆਊਟ ਆਫ ਕੰਟਰੋਲ ਹੋਈ ਜਾ ਰਿਹਾ ਸੀ। ਤੇ ਮੈਨੂੰ ਵੀ ਹਾਰਮੋਨ ਚੇਂਜ ਹੋਣ ਦਾ ਕਰਕੇ ਕੁਝ ਜ਼ਿਆਦਾ ਹੀ ਗੁੱਸਾ ਆ ਰਿਹਾ ਸੀ। ਉਸ ਰਾਤ ਸਾਡੀ ਬਹਿਸ ਇਸ ਹੱਦ ਤੱਕ ਵੱਧ ਗਈ ਕਿ ਤੂੰ ਮੇਰੇ ਤੇ ਫਿਰ ਤੋਂ ਹੱਥ ਚੁੱਕ ਲਿਆ ਤੇ ਮੈਨੂੰ ਗੁੱਸੇ ਨਾਲ ਨੌਕਰੀ ਜਾਂ ਫੈਮਿਲੀ 'ਚੋਂ ਇੱਕ ਚੂਜ਼ ਕਰਨ ਲਈ ਕਿਹਾ। ਮੈਂ ਤੈਨੂੰ ਹੀ ਚੂਜ਼ ਕਰਨਾ ਚਾਹੁੰਦੀ ਸੀ, ਪਰ ਗੁੱਸੇ ਤੇ ਈਗੋ ਕਰਕੇ ਆਪਣੇ ਦਿਮਾਗ ਤੇ ਕੰਟਰੋਲ ਹੀ ਨਹੀਂ ਸੀ ਰਿਹਾ। ਖਿੱਚ ਕੇ ਜ਼ੋਰ ਨਾਲ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਜਾਣ ਲੱਗੀ। ਮੇਰਾ ਮੈਟ ਵਿੱਚ ਪੈਰ ਅੜ ਗਿਆ ਤੇ ਜ਼ੋਰ ਨਾਲ ਜ਼ਮੀਨ ਤੇ ਮੂੰਹ ਪਾ ਡਿੱਗ ਪਈ। ਮੇਰੀਆਂ ਦਰਦ ਨਾਲ ਚੀਕਾਂ ਨਿਕਲ ਗਈਆਂ। ਫਿਰ ਮੈਨੂੰ ਉਸ ਤੋਂ ਬਾਅਦ ਕੋਈ ਹੋਸ਼ ਨਹੀਂ ਰਹੀ। ਅਗਲੇ ਦਿਨ ਹਸਪੀਟਲ ਵਿੱਚ ਹੋਸ਼ ਆਈ।
ਸਾਡਾ ਬੱਚਾ ਇਸ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਜਾ ਚੁੱਕਿਆ ਸੀ। ਈਗੋ, ਗੁੱਸਾ, ਦਰਦ, ਬਸ ਸਭ ਕੁਝ ਫਟ ਪਿਆ, ਤੇਰਾ ਵੀ ਤੇ ਮੇਰਾ ਵੀ। ਸ਼ਾਇਦ ਸਾਨੂੰ ਦੋਹਾਂ ਨੂੰ ਇੱਕ ਦੂਜੇ ਦੀ ਉਸ ਵਕਤ ਸਭ ਤੋਂ ਵੱਧ ਜ਼ਰੂਰਤ ਸੀ, ਪਰ ਅਸੀਂ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸੀ। ਤੇ ਉਸ ਤੋਂ ਬਾਅਦ ਮੈਨੂੰ ਉਸੇ ਹਾਲਾਤ ਵਿੱਚ ਛੱਡ ਕੇ ਤੂੰ ਹਸਪੀਟਲ ਵਾਪਸ ਹੀ ਨਹੀਂ ਆਇਆ। ਮੈਂ ਕੱਲੀ ਦਰਦ ਨਾਲ ਰੋਈ। ਮੈਂ ਤਰਸੀ ਕਿ ਪਲੀਜ਼ ਇੱਕ ਵਾਰ ਘੁੱਟ ਕੇ ਗੱਲ ਨਾਲ ਲਾ ਲੈ, ਪਰ ਕਹਿ ਨਾ ਸਕੀ ਤੇ ਨਾ ਤੂੰ ਆਇਆ। ਮੈਨੂੰ ਪਤਾ ਸੀ ਕਿ ਤੂੰ ਵੀ ਇਸ ਵਕਤ ਕਿਸ ਹਾਲਤ ਵਿੱਚ ਹੋਏਗਾ, ਤੂੰ ਵੀ ਇਕੱਲਾ ਕਿੰਨਾ ਰੋਂਦਾ ਹੋਵੇਗਾ। ਤੂੰ ਤੇ ਖੁੱਲ ਕੇ ਕਿਸੇ ਨਾਲ ਗੱਲ ਵੀ ਨਹੀਂ ਸੀ ਕਰ ਸਕਦਾ ਤੇ ਨਾ ਹੀ ਤੇਰਾ ਕੋਈ ਬਹੁਤਾ ਸਰਕਲ ਸੀ। ਹਫ਼ਤੇ ਕੁ ਬਾਅਦ ਛੁੱਟੀ ਮਿਲੀ, ਪਰ ਤੂੰ ਨਾ ਲੈਣ ਆਇਆ। ਇੱਕ ਵਰਕ ਤੋਂ ਫਰੈਂਡ ਘਰ ਡ੍ਰੌਪ ਕਰ ਗਈ। ਤੂੰ ਘਰ ਨਹੀਂ ਸੀ, ਸ਼ਾਇਦ ਜੌਬ ਤੇ ਗਿਆ ਹੋਇਆ ਸਾਂ, ਜਾਂ ਸ਼ਾਇਦ ਮੈਨੂੰ ਵੇਖਣਾ ਹੀ ਨਹੀਂ ਸੀ ਚਾਹੁੰਦਾ। ਡਾਈਨਿੰਗ ਟੇਬਲ ਤੇ ਨਜ਼ਰ ਪਈ ਤੇ ਤਲਾਕ ਦੇ ਕਾਗਜ਼ ਉੱਥੇ ਪਏ ਸਨ, ਤੇਰੇ ਸਾਈਨ ਕੀਤੇ ਹੋਏ। ਗੁੱਸਾ ਤਾਂ ਤੇਰੇ ਤੇ ਆਲਰੇਡੀ ਬਹੁਤ ਸੀ, ਪਰ ਉਸ ਵਕਤ ਦਿਮਾਗ ਨੇ ਵੀ ਕੰਮ ਨਾ ਕੀਤਾ। ਗੁੱਸੇ ਤੇ ਈਗੋ ਤੇ ਦਰਦ ਵਿੱਚ ਫਿਰ ਇਕੱਠੀ ਹੋ ਗਈ, ਸਭ ਇਕੱਠਾ ਹੋਇਆ। ਮੈਂ ਪੇਪਰ ਤੇ ਸਾਈਨ ਕੀਤੇ, ਬੈਗ ਪੈਕ ਕੀਤਾ ਤੇ ਘਰੋਂ ਹਮੇਸ਼ਾ ਲਈ ਉਹ ਤੇਰਾ ਘਰ ਛੱਡ ਕੇ ਆ ਗਈ। ਤੇਰੀ ਦੁਨੀਆ ਹਮੇਸ਼ਾ ਲਈ ਛੱਡ ਕੇ ਆ ਗਈ।